मैं ਨਾਂ नहीं लेना चाहती। साडे पिंड दे ने कहा सीगा किसी ने, कहंदे भी इहनूं किडनैप कराउणा है। अच्छा। मैं क्या आ खड़ी भी हत्थ ला के देख लियो मैनूं। अच्छा। मैं क्या किडनैप करना बहुत दूर आ। मैं क्या मोढे ते कही हुंदी आ, जੱਟ ਦਾ ही हथियार हुंदा है। अच्छा। भी फिर ना कहो। ਜਦੋਂ ਅਸੀਂ ਦੇਖਦੇ ਹਾਂ ਹਰਮਨ ਨੂੰ ਕੰਮ ਕਰਦੇ ਹਾਂ ਤਾਂ ਸਾਨੂੰ ਬੜਾ ਫਖਰ ਹੁੰਦਾ। ਸਾਡੇ ਪਿੰਡ ਵਾਲੇ ਵੀ ਇਹ ਨਹੀਂ ਵੀ ਇਕੱਲਾ ਮੈਂ ਹੂੰ ਕਹਿੰਦਾ, ਸਾਡੇ ਪਿੰਡ ਦੇ ਸਾਰੇ ਮਤਲਬ ਇੱਜ਼ਤ ਕਰਦੇ ਆ। ਹਰਮਨ ਆ ਗਈ, ਹਰਮਨ ਚਲੇ ਗਈ, ਟਰੈਕਟਰ ਲੈ ਕੇ ਆ ਗਈ, ਟਰੈਕਟਰ ਖੜਾਇਆ, ਮੋਟਰਸਾਈਕਲ ਲੈ ਕੇ ਚਲੇ ਗਈ, ਕਈ ਵਾਰ ਭਈਆਂ ਦੀ ਰੋਟੀ ਪਾਣੀ ਲੈ ਕੇ ਚਲੇ ਗਈ। ਕਈ ਵਾਰ ਅਸੀਂ ਦੁਪਹਿਰ ਨੂੰ ਵੀ ਦੇਖੀਦਾ ਵੀ ਯਾਰ ਸਾਰੀ ਇੰਨੀ ਧੁੱਪਾਂ ਵਰਸਦੀ ਆ ਤੇ ਬਾਜੀ ਘੁੰਮਦੀ ਫਿਰੀ ਜਾਂਦੀ ਆ। ਕਿਉਂਕਿ ਇੱਕ ਲੇਬਰ ਦੀ ਘੱਟੋ ਘੱਟ 500-600 ਰੁਪਏ ਦਿਹਾੜੀ ਆ। ਠੀਕ ਆ ਜੀ। ਜੇ ਤੁਸੀਂ ਇੱਕ ਮਹੀਨਾ ਰੱਖ ਲਿਆ ਕੰਮ 20-21 ਰੁਪਏ ਚਲੇ ਗਏ। ਉਹ ਜਦੋਂ ਹਰਮਨ ਵਰਗੀਆਂ ਕੁੜੀਆਂ ਆਪਣੇ ਪਿਓ ਗੱਲ ਕੰਧਾ ਰਾਹ ਕੇ ਕੰਮ ਕਰਦੀਆਂ, ਉਹ 20-21 ਮੈਂਸ ਦੀ ਜਗ੍ਹਾ ਪਲੱਸ ਹੁੰਦਾ। ਜਦੋਂ ਨੌਜਵਾਨ ਇਹ ਸ਼ਿਕਾਇਤ ਕਰਦਾ ਹੈ ਕਿ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਮੌਕੇ ਨਹੀਂ ਹੈ ਕੰਮ ਕਰਨ ਦੇ, ਜਦੋਂ ਨੌਕਰੀਆਂ ਦਾ ਅਕਾਲ ਪਿਆ ਹੋਇਆ, ਬੇਰੁਜ਼ਗਾਰੀ ਸਿਖਰਾਂ 'ਤੇ ਹੈ, ਜਦੋਂ ਅਕਸਰ ਇਹ ਸ਼ਿਕਾਇਤ ਵੀ ਹੁੰਦੀ ਹੈ ਨੌਜਵਾਨਾਂ ਦੇ ਵੱਲੋਂ ਵੀ ਇੱਥੇ ਕੁਝ ਕਰਨ ਨੂੰ ਹੈ ਨਹੀਂ ਤਾਂ ਕਰੀਏ ਕੀ, ਉਦੋਂ ਕੁਝ ਲੋਕ ਹੈਗੇ ਇਹੋ ਜਿਹੇ ਜਿਹੜੇ ਸਾਰਿਆਂ ਦੇ ਲਈ ਮਿਸਾਲ ਤੇ ਇੰਸਪੀਰੇਸ਼ਨ ਪੈਦਾ ਕਰਦੇ ਆ। ਉਹਨਾਂ ਦੇ ਵਿੱਚੋਂ ਇੱਕ ਅਜਿਹੀ ਕੁੜੀ ਹੈ ਜਿਹਦੇ ਸਾਹਮਣੇ ਮੁੰਡੇ ਵੀ ਇਹ ਕਹਿ ਦਈਏ ਵੀ ਆਪਣੇ ਆਪ ਨੂੰ ਛੋਟਾ ਮਹਿਸੂਸ ਕਰਦੇ ਆ ਉਹਦਾ ਕੰਮ ਦੇਖ ਕੇ। ਅੱਜ ਉਸੇ ਕੁੜੀ ਦੇ ਨਾਲ ਤੁਹਾਨੂੰ ਮਿਲਾਵਾਂਗੇ ਜਿਹਨੇ ਆਪਣੇ ਪਿਓ ਦਾ ਜਿਹੜਾ ਸਾਥ ਹੈ ਉਹ ਪੁੱਤਾਂ ਤੋਂ ਵੱਧ ਕੇ ਦਿੱਤਾ ਤੇ ਪਿਓ ਨੂੰ ਕਦੇ ਮਹਿਸੂਸ ਹੀ ਨਹੀਂ ਹੋਇਆ ਕਿ ਉਹਦੇ ਲਈ ਧੀ ਜਾਂ ਪੁੱਤ ਦੇ ਵਿੱਚ ਕੋਈ ਫਰਕ ਹੈ। ਅਸੀਂ ਗੱਲ ਕਰ ਰਹੇ ਹਾਂ ਇਸ ਕੁੜੀ ਦੀ ਜਿਹੜੀ ਇਸ ਵਕਤ ਧੂੜਾ ਪੁੱਟਦੀ ਹੋਈ ਤੁਹਾਨੂੰ ਦਿਖਾਈ ਦੇ ਰਹੀ ਹੈ। ਨਾਮ ਹੈ ਹਰਮਨ। ਰੋਪੜ ਦੇ ਕੋਲ ਪਿੰਡ ਹੈ, ਉੱਥੋਂ ਦੀ ਇਹ ਕੁੜੀ ਰਹਿਣ ਵਾਲੀ ਹੈ। ਮਾਂ-ਬਾਪ ਚਾਹੁੰਦੇ ਸੀ ਕਿ ਇਹਨੂੰ +2 ਤੋਂ ਬਾਅਦ ਆਇਲਸ ਕਰਵਾ ਕੇ ਬਾਹਰ ਭੇਜਿਆ ਜਾਵੇ, ਪਰ ਇਸ ਕੁੜੀ ਦਾ ਸੁਪਨਾ ਕੁਝ ਹੋਰ ਸੀ, ਇਸ ਕੁੜੀ ਦੀਆਂ ਰਾਹਾਂ ਕੁਝ ਹੋਰ ਸੀ। ਇਹਨੇ ਇਹ ਫੈਸਲਾ ਕੀਤਾ ਕਿ ਬਾਹਰ ਨਹੀਂ ਜਾਣਾ, ਕਿਸੇ ਕੈਨੇਡਾ ਅਮਰੀਕਾ ਦੀ ਧਰਤੀ 'ਤੇ ਜਾ ਕੇ ਨਹੀਂ ਹੱਡ ਗਾਲਣਾ, ਜੋ ਵੀ ਕਰਨਾ ਇੱਥੇ ਹੀ ਕਰਨਾ। ਸੋ 12-15 ਕਿੱਲੇ ਪੈਲੀ ਹੈ ਆਪਣੀ ਇਸ ਪਰਿਵਾਰ ਦੇ ਕੋਲ ਤੇ ਹੁਣ ਉਹ ਸਾਰੀ ਜਿਹੜੀ ਖੇਤੀਬਾੜੀ ਹੈ ਇਹ ਕੁੜੀ ਕਰਦੀ ਹੈ ਹਰਮਨ। ਸੋ ਇਹ ਕੁਝ ਮਿਸਾਲਾਂ ਨੇ ਜਿਹੜੀਆਂ ਸਾਰੇ ਨੌਜਵਾਨਾਂ ਨੂੰ ਸੋਚਣ ਦੇ ਲਈ ਮਜਬੂਰ ਕਰਦੀਆਂ। ਹੋ ਸਕਦਾ ਹੈ ਬਹੁਤ ਸਾਰੇ ਨੌਜਵਾਨ ਇਸ ਗੱਲ ਦੇ ਲਈ ਸ਼ਿਕਾਇਤ ਕਰਦੇ ਹੋ ਸਕਦੇ ਵੀ ਇੱਥੇ ਕਰਨ ਦੇ ਲਈ ਕੁਝ ਨਹੀਂ ਹੈ, ਪਰ ਇਸ ਤਰ੍ਹਾਂ ਦੇ ਨੌਜਵਾਨ ਵੀ ਹੈਗੇ ਆ ਜਿਹੜੇ ਕਹਿੰਦੇ ਆ ਕਿ ਕਰਨ ਦੇ ਲਈ ਸਭ ਕੁਝ ਹੈ, ਬੰਦਾ ਕਰਨ ਵਾਲਾ ਹੋਵੇ। ਇਸ ਤਰ੍ਹਾਂ ਦੇ ਨੌਜਵਾਨ ਵੀ ਹੈਗੇ ਆ ਜਿਹੜੇ ਸਾਰੀਆਂ ਚੁਣੌਤੀਆਂ ਨੂੰ ਪਾਰ ਕਰਦੇ ਹੋਏ ਅੱਗੇ ਵੱਧਦੇ ਜਾਂਦੇ ਆ। ਉਹਨਾਂ ਦੇ ਵਿੱਚੋਂ ਇੱਕ ਹੈ ਇੱਥੋਂ ਦੀ ਕੁੜੀ ਜਿਹੜੀ 22 ਸਾਲ ਦੀ ਕੁੜੀ ਆ ਹਰਮਨ। ਰੋਪੜ ਕੋਲ ਪਿੰਡ ਹੈ ਇਹਨਾਂ ਦਾ ਤੇ ਇਹ ਸਾਰੀਆਂ ਚੁਣੌਤੀਆਂ ਨੂੰ ਪਾਰ ਕਰਦੇ ਹੋਏ, ਬੇਸ਼ੱਕ ਦੁਨੀਆ ਨੇ ਵੀ ਆਖਿਆ ਹੋਣਾ ਵੀ ਕੁੜੀ ਟਰੈਕਟਰ ਭਜਾਈ ਫਿਰਦੀ ਹੈ, ਕੁੜੀ ਕਿਉਂ ਖੇਤਾਂ ਦੇ ਵਿੱਚ ਰਾਤ ਨੂੰ 12 ਵਜੇ ਤੱਕ ਪਾਣੀ ਲਾ ਰਹੀ ਹੈ, ਪਰ ਇਹ ਲਾਉਂਦੀ ਹੈ ਕੁੜੀ। ਉਹਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਹਰਮਨ। ਸਤਿ ਸ਼੍ਰੀ ਅਕਾਲ ਜੀ। ਕਿੰਨੀ ਉਮਰ ਹੈ ਤੁਹਾਡੀ? ਮੇਰੀ 22 ਸਾਲ ਹੈ ਜੀ। ਅੱਛਾ। ਤੇ ਇਹ ਕਦੋਂ ਤੋਂ ਚਲਾ ਰਹੇ ਹੋ? ਮੈਂ ਜੀ 5th ਕਲਾਸ 'ਚ ਹੁੰਦੀ ਸੀਗੀ, ਉਦੋਂ ਤੋਂ ਚਲਾ ਰਹੀ ਹਾਂ। ਅੱਛਾ। ਹਾਂਜੀ। ਤੇ ਇਹ ਔਖਾ ਨਹੀਂ ਲੱਗਦਾ ਤੁਹਾਨੂੰ? ਬਿਲਕੁਲ ਮਤਲਬ ਮੁੰਡਿਆਂ ਵਾਲਾ ਕੰਮ ਹੈ, ਜਿਵੇਂ ਬਣੀ ਹੋਈ ਹੈ ਸਮਾਜ ਦੀ ਸੋਚ ਕਿ ਮੁੰਡਿਆਂ ਵਾਲਾ ਕੰਮ ਹੈ, ਮੈਂ ਟਰੈਕਟਰ ਕਿਵੇਂ ਚਲਾਵਾਂ, ਔਖਾ ਨਹੀਂ ਲੱਗਿਆ? ਨਹੀਂ ਜੀ, ਔਖਾ ਨਹੀਂ ਲੱਗਿਆ ਹੈਗਾ। ਮਤਲਬ ਸ਼ੌਂਕ ਸੀਗਾ ਇੱਕ ਇੱਦਾਂ ਸੀਗਾ ਵੀ ਚਲਾਉਣਾ, ਖੇਤੀ ਕਰਨੀ ਆ, ਸ਼ੌਂਕ ਸੀਗਾ ਜੀ ਮੈਨੂੰ। ਅੱਛਾ। ਹਾਂਜੀ। ਤੇ ਇਹ ਸ਼ੁਰੂ ਕਿਵੇਂ ਹੋਇਆ ਫਿਰ, ਕਦੋਂ ਤੋਂ ਹੋਇਆ? ਇਹ ਸ਼ੁਰੂ ਜੀ ਇੱਕ ਤਾਂ ਵੀ ਮਤਲਬ ਮੈਨੂੰ ਇੱਦਾਂ ਸੀਗਾ, ਮਤਲਬ ਲੋਕ ਕਹਿੰਦੇ ਸੀਗੇ ਵੀ ਮੁੰਡਾ ਨਹੀਂ ਹੈਗਾ, ਵੀ ਮੁੰਡਾ ਚਾਹੀਦਾ ਏ, ਤਾਂ ਮੈਂ ਕਿਹਾ ਵੀ ਮੈਂ ਕਰਕੇ ਦਿਖਾਉਂਗੀ, ਵੀ ਮੈਂ ਮੁੰਡੇ ਵਾਲੀ ਕੰਮ ਕਰਕੇ ਦਿਖਾਉਂਗੀ। ਤਾਂ ਕਰਕੇ ਮੈਂ ਕਿਹਾ ਵੀ ਕਰਨਾ ਹੈ, ਖੇਤੀ ਕਰਕੇ ਦਿਖਾਉਣੀ ਆ, ਤਾਂ ਕਰਕੇ ਮੇਰਾ ਸ਼ੌਂਕ ਪੈ ਗਿਆ ਜੀ ਇਹ। ਅੱਛਾ। ਭਰਾ ਹੈ ਨਹੀਂ? ਨਹੀਂ, ਭਰਾ ਨਹੀਂ ਜੀ ਹੈਗਾ। ਅੱਛਾ। ਹਾਂਜੀ। ਤਾਂ ਫਿਰ ਇਹ ਫੈਸਲਾ ਕੀਤਾ ਵੀ ਖੁਦ ਬਣਨਾ ਹੈ ਪੁੱਤ। ਹਾਂਜੀ, ਖੁਦ ਮਤਲਬ ਜਿਹੜੀ ਉਹ ਇੱਕ ਸੋਚ ਹੈ ਹਾਂਜੀ ਉਹ ਬਦਲ ਕੇ ਦਿਖਾਉਣੀ ਸਮਾਜ ਦੀ। ਹਾਂਜੀ, ਬਦਲਦੀ ਜੀ। ਅੱਛਾ। ਹੁਣ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਖੇਤੀ ਕਰਦੇ ਹੋਏ? ਮੈਨੂੰ ਜੀ ਹੋ ਗਈ 7-8 ਸਾਲ ਹੋ ਗਏ ਮੈਨੂੰ ਕਰਦੀ ਨੂੰ। ਅੱਛਾ। 7-8 ਸਾਲ ਤੋਂ ਤੁਸੀਂ ਕਰ ਰਹੇ ਹੋ? ਹਾਂਜੀ। ਅੱਛਾ। ਤੇ ਕਿਵੇਂ ਫਿਰ ਕਿਹਦਾ ਸਾਥ ਲੈਂਦੇ ਹੋ, ਕੀ ਮੁਸ਼ਕਲਾਂ ਆਉਂਦੀਆਂ? ਜਿਵੇਂ ਵੀ ਮਤਲਬ ਕਈ ਵਾਰੀ ਔਖਾ, ਜਿਵੇਂ
ਮਤਲਬ ਸਟਾਰਟਿੰਗ ਵਿੱਚ ਔਖਾ ਹੁੰਦਾ ਹੈ ਵੀ ਹਾਂ ਆਹ ਕੰਮ ਕਿੱਦਾਂ ਕਰਨਾ ਹੈ। ਫਿਰ ਨਾਲ ਹੋ ਕੇ ਡੈਡੀ ਦੱਸ ਦਿੰਦੇ ਆ ਵੀ ਇੱਦਾਂ ਇੱਦਾਂ ਕਰਨਾ ਉੱਦਾਂ, ਮਤਲਬ ਪਤਾ ਲੱਗੀ ਗਿਆ ਵੀ ਇੱਦਾਂ। ਹੁਣ ਨਹੀਂ ਇੰਨੀਆਂ ਮੁਸ਼ਕਲਾਂ ਆਉਂਦੀਆਂ ਹੈਗੀਆਂ, ਸਟਾਰਟਿੰਗ ਵਿੱਚ ਸੀਗਾ ਵੀ ਆਹ ਕੰਮ ਕਿੱਦਾਂ ਕਰਨਾ ਜੀ, ਹੁਣ ਤਾਂ ਆਪਣੇ ਆਪ ਆਉਂਦਾ ਹੀ ਸਾਰਾ ਕੰਮ ਖੇਤੀ ਦਾ। ਅੱਛਾ ਹਰਮਨ, ਬੇਸ਼ੱਕ ਮਤਲਬ ਤੁਸੀਂ ਕਰ ਰਹੇ ਹੋ ਖੇਤੀਬਾੜੀ, ਬਹੁਤ ਵਧੀਆ ਗੱਲ ਹੈ, ਪਰ ਆਪਣੀ ਜਿਵੇਂ ਦੀ ਸੁਸਾਇਟੀ ਆ ਨਾ, ਜਿਵੇਂ ਦਾ ਸਮਾਜ ਆ, ਉਹਦੀਆਂ ਵੀ ਕੁਝ ਸੱਚਾਈਆਂ ਨੇ। ਉਹ ਜਦੋਂ ਤੁਸੀਂ ਸ਼ੁਰੂ ਕੀਤਾ ਜਾਂ ਹੁਣ ਵੀ ਕੋਈ ਕਿਸੇ ਤਰ੍ਹਾਂ ਦਾ ਕੋਈ ਓਬਜੈਕਸ਼ਨ ਪਿੰਡ ਦੀਆਂ ਔਰਤਾਂ ਦੇ ਵੱਲੋਂ ਜਾਂ ਆਮ ਲੋਕਾਂ ਦੇ ਵੱਲੋਂ ਵੀ ਕੁੜੀ ਕਿਉਂ ਕਰਦੀ ਫਿਰਦੀ ਹੈ, ਇਸ ਤਰ੍ਹਾਂ ਦਾ ਕਦੀ ਹੋਇਆ? ਹਾਂਜੀ, ਪਹਿਲਾਂ ਮਤਲਬ ਜਦ ਮੈਂ ਕੰਮ ਕਰਦੀ ਸੀਗੀ ਲੋਕ ਇੱਦਾਂ ਕਹਿੰਦੇ ਸੀਗੇ ਵੀ ਹਾਂ ਇਹ ਜ਼ਿਆਦਾ ਚਮਲਾਈ ਹੋਈ ਆ ਇਹਦੇ ਡੈਡੀ ਨੇ, ਵੀ ਕਦੇ ਬੁਲਟ ਚੱਕ ਕੇ ਚੱਲ ਜਾਂਦੀ ਆ, ਕਦੇ ਟਰੈਕਟਰ ਚੱਕ ਕੇ, ਕਦੇ ਗੱਡੀ ਚੱਕ ਕੇ। ਤੇ ਉਹ ਤੋਂ ਬਾਅਦ ਮੈਂ ਕਿਹਾ ਵੀ ਮੁੰਡੇ ਕਰਦੇ ਆ, ਕੁੜੀਆਂ ਕਿਉਂ ਨਹੀਂ ਕਰ ਸਕਦੀਆਂ? ਕੁੜੀਆਂ ਕਿਤੇ ਘਰੇ ਕੈਦ ਰਹਿ ਸਕਦੀਆਂ? ਮੈਂ ਕਿਹਾ ਨਹੀਂ, ਵੀ ਮੈਂ ਕਰਨਾ ਹੈ ਵੀ ਜੇ ਲੋਕ ਹੋਰ ਕੁੜੀਆਂ ਨੂੰ ਵੀ ਘਰ ਅੰਦਰ ਵੜ ਕੇ ਰੱਖਦੇ ਵੀ ਮੈਂ ਕਿਉਂ ਅੰਦਰ ਵੜਾਂ, ਬੰਦਾ ਆਪਣਾ ਆਪ ਸਹੀ ਹੋਣਾ ਚਾਹੀਦਾ ਏ। ਉਹ ਤੋਂ ਬਾਅਦ ਮਤਲਬ ਬਹੁਤ ਲੋਕ ਕਹਿੰਦੇ ਸੀਗੇ ਵੀ ਹਾਂ ਬਹੁਤ ਚਮਲਾਈ ਹੋਈ ਹੈ। ਮੈਂ ਕਿਹਾ ਮੈਂ ਕਿਉਂ, ਵੀ ਮੈਂ ਕੰਮੇ ਇੱਦਾਂ ਕਰਦੀ ਹਾਂ ਮੁੰਡਿਆਂ ਵਾਂਗੂ, ਮੈਂ ਕਿਹੜੇ ਕੋਈ ਗਲਤ ਕੰਮ ਕਰਦੀ ਹਾਂ, ਖੇਤੀ ਕਰਦੀ ਹਾਂ, ਆਪਣਾ ਕੰਮ ਵੀ ਕਰਦੀ ਹਾਂ, ਆਪਣਾ ਘੁੰਮਦੇ ਫਿਰਦੇ ਵੀ ਹਾਂ। ਬਹੁਤ ਲੋਕ ਕਹਿੰਦੇ ਸੀਗੇ ਪਹਿਲਾਂ ਸਟਾਰਟਿੰਗ ਵਿੱਚ ਜੀ। ਹਾਂ, ਕਿਉਂਕਿ ਇਹ ਸਾਡੇ ਸਮਾਜ ਦੀ ਸੋਚ ਹੈ ਦਰਅਸਲ, ਕਿ ਮਤਲਬ ਕੁੜੀਆਂ ਨੇ ਤਾਂ ਕੁੜੀਆਂ ਨੂੰ ਚੁੱਲ੍ਹੇ ਚੌਂਕੇ ਦਾ ਹੀ ਕੰਮ ਕਰਨਾ ਚਾਹੀਦਾ ਹੈ, ਉਹਨੂੰ ਬਸ ਪੜ੍ਹਾਈ ਲਿਖਾਈ ਕਰਨੀ ਚਾਹੀਦੀ ਹੈ ਮਾਂ-ਬਾਪ ਦੀ ਆਗਿਆ 'ਚ, ਫਿਰ ਜਿੱਥੇ ਉਹਦਾ ਵਿਆਹ ਕਰਤਾ ਤੇ ਉੱਥੇ ਉਹਨੂੰ ਤੁਰ ਜਾਣਾ ਚਾਹੀਦਾ। ਇਹ ਸੋਚ ਹੈ ਸਾਡੀ। ਖੈਰ, ਇਹੋ ਜਿਹੀਆਂ ਕੁਛ ਲੋਕ ਨੇ ਜਿਹੜੇ ਇਹਨਾਂ ਧਾਰਨਾਵਾਂ ਨੂੰ ਜੋ ਬਣੀਆਂ ਹੈ ਸਾਡੇ ਸਮਾਜ ਦੇ ਵਿੱਚ, ਉਹਨਾਂ ਨੂੰ ਤੋੜ ਰਹੇ ਹੈ। ਇਹਨੂੰ ਤੋੜਦੇ ਹੋਏ ਤੁਹਾਡੇ ਮਾਂ-ਬਾਪ ਨੇ ਕਿੰਨਾ ਕੁ ਸਾਥ ਦਿੱਤਾ ਤੁਹਾਡਾ? ਮੰਮੀ ਡੈਡੀ ਤਾਂ ਹੀ ਐਂ ਕਹਿੰਦੇ ਵੀ ਬਸ ਆਪਣਾ ਘੁੰਮੋ ਫਿਰੋ ਤੇ ਕੰਮ ਵੀ ਕਰੋ, ਬਸ ਕੋਈ ਲਾਂਭਾ ਨਹੀਂ ਆਉਣਾ ਚਾਹੀਦਾ। ਤੇ ਲਾਂਭਾ ਤੱਕ ਆਇਆ ਵੀ ਹੈ ਨਹੀਂ ਜੀ ਘਰ, ਤੇ ਕਿਉਂਕਿ ਵੀ ਆਪਣੀ ਸੋਚ ਇਦਾਂ ਦੀ ਸੀਗੀ ਜੀ, ਤੇ ਕੰਮ ਵੀ ਕਰੀਦਾ, ਘੁੰਮੀ ਫਿਰੀਦਾ ਵੀ ਆ, ਆਪਣਾ ਸਹੀ ਰਹੀਦਾ ਜੀ। ਅੱਛਾ, ਜੇ ਪੜ੍ਹਾਈ ਦੀ ਗੱਲ ਕਰੀਏ, ਸਟੱਡੀ ਕਿੰਨੀ ਕੀਤੀ ਤੁਸੀਂ? ਮੈਂ ਜੀ +2 ਹੀ ਕੀਤੀ ਆ। ਮੇਰਾ ਧਿਆਨ ਹੈ ਖੇਤੀ ਕਿੰਨੀ ਸੀਗਾ, ਮੇਰਾ ਧਿਆਨ ਹੀ ਨਹੀਂ ਲੱਗਿਆ ਹੈਗਾ ਪੜ੍ਹਾਈ ਕਿੰਨੀ। ਜੇ ਮੈਂ ਮਤਲਬ +2 ਤੱਕ ਪੜ੍ਹੀ ਵੀ ਆ। ਅੱਛਾ। ਤੇ ਮੈਂ ਜਦੋਂ ਸਕੂਲ ਤੋਂ ਟਾਈਮ ਆਉਣਾ ਘਰੇ ਆ ਕੇ ਬਸ ਆਪਣਾ ਰੋਟੀ ਖਾ ਕੇ ਜਦੋਂ ਆਪਣਾ ਖੇਤਾਂ ਵਿੱਚ ਆ ਜਾਣੇ ਡੈਡੀ ਕੋਲ। ਮੇਰੀ ਤੁਹਾਡੇ ਫਾਦਰ ਸਾਹਿਬ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਮੇਰਾ ਹਾਲੇ ਵੀ ਇਹ ਸੁਪਨਾ ਹੈ ਕਿ ਮੈਂ ਇਹਨੂੰ ਬਾਹਰ ਭੇਜਾਂ, ਤੇ ਉਹ ਕਹਿੰਦੇ ਅਸੀਂ ਇਹਨੂੰ ਇਹਦੇ ਤੋਂ ਚੋਰੀ ਇਹਨੂੰ ਬਗੈਰ ਦੱਸੇ ਇਹਦੇ ਪੇਪਰ ਵੀ ਲਾਏ ਹੋਏ ਆ। ਤੇ ਤੁਸੀਂ ਜਾਣਾ ਨਹੀਂ ਚਾਹੁੰਦੇ? ਕੀ ਗੱਲ? ਨਹੀਂ ਜੀ, ਮੈਂ ਨਹੀਂ ਜਾਣਾ ਚਾਹੁੰਦੀ। ਮੈਨੂੰ ਮਤਲਬ ਖੇਤੀ ਨਾਲ ਮੈਂ ਰੋਜ਼ ਇੱਕ ਗੇੜਾ, ਜਿਵੇਂ ਹੁਣ ਤਾਂ ਚਲੋ ਸੀਜ਼ਨ ਦਾ ਟਾਈਮ ਆ, ਹੁਣ ਤਾਂ ਆਉਣਾ ਹੀ ਆਉਣਾ, ਮੋਟਰ 'ਤੇ ਹੀ ਰਹਿਣਾ ਪੈਂਦਾ ਜੀ। ਕਈ ਵਾਰੀ ਦਿਨ 'ਚ ਲਾਈਟ ਆਉਂਦੀ, ਕਈ ਵਾਰੀ ਰਾਤ ਨੂੰ ਆਉਂਦੀ ਆ ਜੀ। ਤੇ ਇਸ ਕਰਕੇ ਮਤਲਬ ਜਦ ਸੀਜ਼ਨ ਦਾ ਟਾਈਮ ਨਹੀਂ ਵੀ ਹੁੰਦਾ ਹੈਗਾ, ਮੈਂ ਤਾਂ ਵੀ ਇੱਕ ਮੋਟਰ 'ਤੇ ਗੇੜਾ ਮਾਰਦੀ ਹਾਂ। ਮੈਂ ਨਹੀਂ ਬਾਹਰ ਜਾ ਸਕਦੀ ਹੈਗੀ। ਮੈਨੂੰ ਮਤਲਬ ਖੇਤੀ ਨਾਲ ਇੰਨਾ ਜ਼ਿਆਦਾ ਮੋਹ ਆਈ, ਬਹੁਤ ਜ਼ਿਆਦਾ। ਅੱਛਾ, ਖੇਤੀ ਨਾਲ ਪਿਆਰ ਹੀ ਇੰਨਾ ਤੁਹਾਨੂੰ ਹੈ। ਤੇ ਕੀ ਫਸਲਾਂ ਫਿਰ ਕਰਦੇ ਹੋ ਤੁਸੀਂ? ਜਿਵੇਂ ਧਾਨਾਂ ਦੀ ਹੋ ਗਈ ਤੇ ਕਣਕ ਦੀ ਹੋ ਗਈ ਜੀ, ਇਹ ਹੁੰਦੀ ਹੈ ਜੀ। ਅੱਛਾ। ਹਾਂਜੀ। ਉਹ ਤੋਂ ਇਲਾਵਾ ਕੋਈ ਸਬਜ਼ੀ ਕੁਛ ਆਪਣੇ ਜੋਗੀ ਕੁਛ ਇਦਾਂ ਦਾ ਸ਼ੌਕ ਹੈ? ਆਪਣੇ ਜੋਗੀ ਲਾ ਲੈਂਦੇ ਆ ਜੀ। ਤੇ ਬਾਕੀ ਆਪਣੇ ਉਰੇ ਆ ਜੰਗਲ ਆ ਜੀ, ਸੂਰ ਬਹੁਤ ਆ, ਜੰਗਲੀ ਸੂਰ ਤੇ ਨੀਲ ਗਊਆਂ ਬਹੁਤ ਜ਼ਿਆਦਾ ਏ। ਇਹ ਛੱਡਦੇ ਨਹੀਂ ਹੈਗੇ ਜੀ ਜਿਹੜੇ ਜੰਗਲੀ ਜਾਨਵਰ ਆ। ਤੇ ਤਾਂ ਕਰਕੇ ਫਿਰ ਉਰੇ ਘੱਟੇ ਹੁੰਦੀ ਆ, ਜਿਵੇਂ ਮੱਕੀ ਵੀ ਘੱਟ ਹੁੰਦੀ ਹੈ, ਜਿਵੇਂ ਕਈ ਮੱਕੀ ਲਾ ਦਿੰਦੇ, ਹੋਰ ਕਿਤੇ ਮੱਕੀਆਂ ਲੱਗਦੀਆਂ। ਉਰੇ ਆਹ ਛੱਡਦੇ ਨਹੀਂ ਹੈਗੇ ਜੰਗਲੀ ਜਾਨਵਰ ਜੀ, ਤਾਂ ਕਰਕੇ ਆਪਣੇ ਘਰ ਲਈ ਲਾ ਲਈਦੀ ਆ ਜੀ। ਹਾਂਜੀ। ਅੱਛਾ, ਜੇ ਇਨ ਕੇਸ ਤੁਹਾਡਾ ਵੀਜ਼ਾ ਲੱਗ ਗਿਆ ਕੱਲ ਨੂੰ, ਜਿਵੇਂ ਤੁਹਾਡੇ ਫਾਦਰ ਸਾਹਿਬ ਕਹਿ ਰਹੇ ਸੀ ਵੀ ਮੈਂ ਪੇਪਰ ਤਾਂ ਲਾਏ ਹੋਏ ਆ, ਜੇ ਵੀਜ਼ਾ ਲੱਗ ਗਿਆ ਤੇ ਫਿਰ ਕੀ ਕਰੋਗੇ? ਜਾਓਗੇ ਜਾਂ ਨਹੀਂ ਜਾਓਗੇ? ਫਿਰ ਤਾਂ ਕੁਛ ਨਹੀਂ ਕਹਿ ਸਕਦੇ ਵੀ, ਜਿਵੇਂ ਹੁਣ ਵਿੱਚੇ ਘਰ ਦੇ ਕਹਿ ਰਹੇ ਆ ਵੀ ਜਾਣਾ, ਮਤਲਬ ਮੈਂ ਕਹਿ ਰਹੀ ਹਾਂ ਵੀ ਮੈਂ ਜਾਣਾ ਹੈ ਨਹੀਂ। ਪਤਾ ਨਹੀਂ ਜੀ ਉਸ ਟਾਈਮ ਕੀ ਹੋਣਾ ਕੀ ਨਹੀਂ ਹੋਣਾ, ਕੁਛ ਸਮਝ ਨਹੀਂ ਲੱਗ ਰਹੀ। ਅੱਛਾ, ਤੇ ਕਿੰਨੀ ਜ਼ਮੀਨ ਕਿੰਨੀ ਹੈ ਤੁਹਾਡੇ ਕੋਲ? ਕਿੰਨੀ ਖੇਤੀ ਕਰਦੇ ਹੋ ਮਤਲਬ ਆਪ? 12 ਕਿੱਲਿਆਂ ਦੀ ਖੇਤੀ ਕਰਦੀ ਹਾਂ ਜੀ। ਤੁਸੀਂ ਖੁਦ ਹੀ ਕਰਦੇ ਹੋ ਸਾਰੀ? ਬਹਾਈ ਤੋਂ ਲੈ ਕੇ ਬਜਾਈ ਬਜੂਈ ਸਭ? ਹਾਂਜੀ, ਕਟਾਈ ਤੱਕ ਵੀ, ਜਿਹੜੀ ਮੰਡੀ ਵਿੱਚ ਜਾਣੀ ਆ ਉਹ ਵੀ ਮੈਂ ਆਪ ਲੈ ਕੇ ਜਾਂਦੀ ਹਾਂ ਜੀ। ਅੱਛਾ, ਮੰਡੀ 'ਚ ਵੀ ਆਪ ਲੈ ਕੇ ਜਾਂਦੇ? ਹਾਂਜੀ, ਆਪ ਜਾਂਦੀ ਹਾਂ ਜੀ। ਅੱਛਾ, ਤਾਂ ਇਹ ਵੀ ਕੁਛ ਮਿਸਾਲਾਂ ਨੇ। ਬੇਸ਼ੱਕ ਆਪਾਂ ਦੋਸ਼ ਦਿੰਦੇ ਰਹੀਏ ਪੂਰੇ ਦੇ ਪੂਰੇ ਸਿਸਟਮ ਨੂੰ, ਸਿਸਟਮ ਦੇ ਵਿੱਚ ਖਾਮੀਆਂ ਆਪਣੀ ਜਗ੍ਹਾ ਹੈ, ਪਰ ਮਤਲਬ ਤੁਸੀਂ ਮਿਹਨਤ ਦੇ ਨਾਲ ਕਈ ਚੁਣੌਤੀਆਂ ਪਾਰ ਵੀ ਕਰ ਸਕਦੇ ਹੋ। ਉਹਨਾਂ ਦੇ ਵਿੱਚੋਂ ਹੀ ਇੱਕ ਕੁੜੀ ਹੈ ਹਰਮਨ, ਜਿਹਨੇ ਚੁਣੌਤੀਆਂ ਮਿਹਨਤ ਦੇ ਨਾਲ ਪਾਰ ਵੀ ਕੀਤੀਆਂ ਨੇ। ਬੇਸ਼ੱਕ ਸਮਾਜ ਕਹਿੰਦਾ ਹੋਊਗਾ, ਕਿਉਂਕਿ ਸਾਡੇ ਸਮਾਜ ਦੀ ਇਸ ਤਰ੍ਹਾਂ ਦੀ ਮਾਨਸਿਕਤਾ ਹੈ ਕਿ ਕੁੜੀਆਂ ਨੂੰ ਘਰ ਦੇ ਵਿੱਚ ਹੀ ਬੰਦ ਰਹਿਣਾ ਚਾਹੀਦਾ ਹੈ, ਇਸ ਤਰ੍ਹਾਂ ਦੇ ਕੰਮ ਤਾਂ ਬਿਲਕੁਲ ਵੀ ਨਹੀਂ, ਖੇਤੀਬਾੜੀ ਵਾਲੇ ਨਹੀਂ ਕਰਨੇ ਚਾਹੀਦੇ, ਪਰ ਉਹ ਬਦਲ ਕੇ ਦਿਖਾਏ ਹੈ। ਅੱਛਾ, ਜਦੋਂ ਫਿਰ ਤੁਸੀਂ ਖੇਤੀਬਾੜੀ ਕਰਦੇ ਹੋ ਤਾਂ ਹੈਲਪਰ ਦੀ ਬਹੁਤ ਲੋੜ ਹੁੰਦੀ ਹੈਗੀ ਕਈ ਵਾਰੀ, ਫਿਰ ਹੈਲਪਰ ਰੱਖਦੇ ਹੋ ਨਾਲ ਜਾਂ ਕੀ ਕਰਦੇ ਹੋ?
ਨਹੀਂ ਜੀ, ਕੋਈ ਨਹੀਂ ਰੱਖਦੇ ਹੈਗੇ। ਜਿਵੇਂ ਕਈ ਵਾਰੀ ਮਤਲਬ ਜਿਵੇਂ ਹੁਣ ਖੇਤਾਂ ਹੁਣ ਕੱਦੂ ਦਾ ਹੀ ਕਈ ਵਾਰ ਸਵੇਰੇ ਜਿਵੇਂ ਰਾਤ ਨੂੰ ਕਈ ਵਾਰ ਖੇਤ ਭਰ ਜਾਂਦਾ, ਰਾਤ ਨੂੰ ਕੱਦੂ ਕਰਨਾ ਪੈਂਦਾ ਜੀ। ਕਈ ਵਾਰ ਥੱਕ ਜਾਏ, ਕਈ ਵਾਰੀ ਮੈਂ ਵੱਟਾਂ ਲਾਉਣ ਲੱਗ ਜਾਂਦੀ ਹਾਂ, ਡੈਡੀ ਲੱਗ ਜਾਂਦੇ ਆ ਟਰੈਕਟਰ ਚਲਾਉਣ। ਕਈ ਵਾਰ ਡੈਡੀ ਮਤਲਬ ਮੈਂ ਟਰੈਕਟਰ ਚਲਾਉਂਦੀ ਹਾਂ, ਕਈ ਵਾਰ ਡੈਡੀ ਲਾ ਦਿੰਦੇ ਆ, ਬਟ ਇੱਦਾਂ ਚੱਲੀ ਜਾਂਦਾ ਜੀ। ਹਾਂਜੀ। ਅੱਛਾ, ਇੰਨੀ ਮਿਹਨਤ ਤਾਂ ਮੁੰਡੇ ਵੀ ਨਹੀਂ ਕਰਦੇ ਹੋਣਗੇ ਮੇਰਾ ਖਿਆਲ, ਜਿੰਨੀ ਤੁਸੀਂ ਕਰਦੇ ਹੋ। ਨਹੀਂ? ਹਾਂਜੀ, ਕਰਨੀ ਪੈਂਦੀ ਹੈ, ਕਿਆ ਕਰੀਏ। ਅੱਛਾ, ਤੇ ਕਈ ਵਾਰੀ ਐਂ ਹੁੰਦਾ ਹੁਣ ਜਿਵੇਂ ਲਾਈਟ ਲੂਈਟ ਨਹੀਂ ਆ ਰਹੀਗੀ ਤੇ ਪਾਣੀ ਪੂਣੀ ਦਾ ਔਖਾ ਹੋ ਜਾਂਦਾ ਹੈ, ਜਾਂ ਫਿਰ ਕਈ ਵਾਰੀ ਪਾਣੀ ਦੀ ਵਾਰੀ ਰਾਤ ਨੂੰ ਮਿਲਦੀ ਹੈ, ਤਾਂ ਫਿਰ ਉਸ ਹਾਲਾਤ 'ਚ ਰਾਤ ਨੂੰ ਵੀ ਤੁਸੀਂ ਪਾਣੀ ਪੂਣੀ ਲਾਉਂਦੇ ਹੋ ਖੇਤਾਂ 'ਚ? ਹਾਂਜੀ, ਰਾਤ ਨੂੰ ਹੁਣ ਜਿਵੇਂ ਅੱਜ ਤੋਂ 7 ਵਜੇ ਤੋਂ ਲੈ ਕੇ 3 ਵਜੇ ਤੱਕ ਲਾਈਟ ਆਈ, ਸ਼ਾਮ ਨੂੰ 7 ਤੜਕੇ 3 ਤੱਕ ਜੀ। ਤਾਂ ਹੀ ਫਿਰ ਖੇਤਾਂ ਵਿੱਚ ਰਾਤ ਨੂੰ ਮੋਟਰ 'ਤੇ ਹੀ ਰਹਿਣਾ ਪੈਂਦਾ, ਕਿਉਂਕਿ ਨੱਕੇ ਨੁੱਕੇ ਦੇਖਣੇ ਪੈਂਦੇ, ਕਿ ਨੱਕਾ ਟੁੱਟ ਜਾਂਦਾ, ਜਾਨਵਰ ਘੁੰਮੀ ਜਾਂਦੇ, ਉਹ ਵੀ ਪੈਰ ਰੱਖ ਕੇ ਤੋੜ ਦਿੰਦੇ ਆ ਖੇਤਾਂ ਵਿੱਚ। ਹਾਂਜੀ, ਰਾਤ ਨੂੰ ਜਿਵੇਂ ਲਾਈਟ ਆਉਂਦੀ ਹੈ ਰਹਿਣਾ ਪੈਂਦਾ ਜੀ। ਅੱਛਾ, ਫਿਰ ਤੁਸੀਂ ਰਾਤ ਨੂੰ ਵੀ ਖੇਤ ਆਉਂਦੇ ਹੋ? ਹਾਂਜੀ, ਮੋਟਰ 'ਤੇ ਹੀ ਆਉਂਦੇ ਆ ਜੀ। ਤੇ ਇਸ ਦੌਰਾਨ ਫਿਰ ਰਾਤ ਨੂੰ ਜਦੋਂ ਤੁਸੀਂ ਲੰਘਦੇ ਹੋ, ਟੱਪਦੇ ਹੋ, ਕਦੀ ਕਿਸੇ ਕਿਸਮ ਦੀ ਕੋਈ ਚੈਲੰਜ ਪੇਸ਼ ਆਇਆ ਹੋਵੇ ਤੁਹਾਡੇ ਸਾਹਮਣੇ, ਜਾਂ ਇਸ ਤਰ੍ਹਾਂ ਦਾ ਕੋਈ ਡਰ ਭੈ ਆਇਆ ਹੋਵੇ? ਕੋਈ ਹੋਇਆ ਇਦਾਂ ਦਾ ਵਾਕਿਆ ਤਾਂ ਅੱਜ ਤੱਕ? ਨਹੀਂ ਜੀ, ਹੋਇਆ ਤਾਂ ਨਹੀਂ ਹੈਗਾ। ਤੇ ਉੱਦਾਂ ਜਿਵੇਂ ਪਿੰਡ 'ਚ ਤਾਂ ਚਲੋ ਲਾਗ ਡਾਟ ਹੁੰਦੀ ਹੋਈ, ਤੇ ਕੁਛ ਕੁ ਪਿੰਡ ਦੇ ਲੋਕ ਕਹਿੰਦੇ ਸੀਗੇ ਵੀ ਮਤਲਬ ਇਹ ਕੁੜੀ ਰਹਿੰਦੀ ਮੁੰਡਿਆਂ ਵਾਂਗੂ ਆ, ਵੀ ਇਹ ਜਿਵੇਂ ਕਹਿ ਲਓ ਵੀ ਦਲੇਰ ਵੀ, ਹਨਾ ਵੀ। ਇੱਕ ਮੈਂ ਨਾਂ ਨਹੀਂ ਲੈਣਾ ਚਾਹੁੰਦੀ, ਸਾਡੇ ਪਿੰਡ ਦੇ ਨੇ ਕਿਹਾ ਸੀਗਾ ਕਿਸੇ ਨੇ, ਕਹਿੰਦੇ ਵੀ ਇਹਨੂੰ ਕਿਡਨੈਪ ਕਰਾਉਣਾ ਹੈ। ਅੱਛਾ। ਮੈਂ ਕਿਹਾ ਆ ਖੜੀਆਂ ਵੀ ਹੱਥ ਲਾ ਕੇ ਦੇਖ ਲਿਓ ਮੈਨੂੰ। ਅੱਛਾ। ਮੈਂ ਕਿਹਾ ਕਿਡਨੈਪ ਕਰਨਾ ਬਹੁਤ ਦੂਰ ਆ। ਮੈਂ ਕਿਹਾ ਮੋਢੇ ਤੇ ਕਹੀ ਹੁੰਦੀ ਆ, ਜੱਟ ਦਾ ਹੀ ਹਥਿਆਰ ਹੁੰਦਾ ਏ। ਅੱਛਾ। ਵੀ ਫੇਰ ਨਾ ਕਿਹੋ ਵੀ, ਕਿਉਂਕਿ ਆਪਣੇ ਬਚਾਉ ਲਈ ਬੰਦਾ ਕੁਝ ਵੀ ਕਰਦਾ ਏ। ਅੱਛਾ। ਤੇ ਇਦਾਂ ਕਿਹਾ ਸੀਗਾ ਕਿਸੇ ਪਿੰਡ ਦੇ ਬੰਦੇ ਨੇ, ਔਰ ਇੱਕ ਤੀਵੀਂ ਨੇ। ਅੱਛਾ। ਹਾਂਜੀ। ਤੇ ਹਰਮਨ ਨੂੰ ਮਤਲਬ ਕੋਈ ਚਲਾਉਣੀ ਵੀ ਬਿਲਕੁਲ ਜੱਟਾਂ ਵਾਂਗੂ ਆਉਂਦੀ ਆ? ਹਾਂਜੀ, ਪੂਰੀ ਆਉਂਦੀ ਹੈ। ਕਹੀ ਜਿਵੇਂ ਨੱਕੇ ਲਾਉਣੇ ਹੁੰਦੇ, ਬੱਟਾਂ ਚੇਠਣੀਆਂ ਹੁੰਦੀਆਂ ਜਿਵੇਂ ਕੱਦੂ ਵਿੱਚ ਜੀ। ਹਾਂਜੀ, ਸਾਰਾ ਕਰ ਲੈਂਦੀਆਂ ਜੀ। ਅੱਛਾ। ਇੱਕ ਤੁਹਾਡੇ ਫਾਦਰ ਸਾਹਿਬ ਦੱਸ ਰਹੇ ਸੀ ਕਿ ਖੇਤੀਬਾੜੀ ਤਾਂ ਕਰਦੇ ਹੀ ਹੋ ਨਾਲ ਤੁਸੀਂ, ਤੇ ਆ ਪਿੱਛੇ ਜੇ ਇੱਕ ਦਿਨ ਕਿਸੇ ਡਾਕਟਰ ਦੀ ਜਿਹੜੀ ਕਾਰ ਹੈਗੀ, ਉਹ ਸ਼ਾਇਦ ਇੱਧਰ ਨਾਲ ਸਤਲੁਜ ਜਾਂ ਨਹਿਰ ਨਿਕਲਦੀ ਸਤਲੁਜ ਦੇ ਨਾਲ ਵੀ, ਉਹਦੇ 'ਚ ਡਿੱਗ ਪਈ ਸੀ। ਉਹ ਵੀ ਕਹਿੰਦੇ ਤੁਸੀਂ ਰਾਤ ਨੂੰ ਉੱਠ ਕੇ ਚਲੇ ਜਾਂਦੇ ਹੋ ਇਦਾਂ ਦੇ ਕੰਮਾਂ 'ਚ ਵੀ? ਹਾਂਜੀ, ਮੈਂ ਆ ਰਹੀ ਸੀਗੀ, ਉਹ ਮਤਲਬ ਡੰਗਰਾਂ ਵਾਲੇ ਡਾਕਟਰ ਸੀਗੇ, ਉਹਨਾਂ ਨੇ ਡਰਿੰਕ ਕੀਤੀ ਵੀ ਸੀਗੀ। ਉਹ ਆ ਰਹੇ ਸੀਗੇ ਤੇ ਉਹਨਾਂ ਜਨ ਗੱਡੀ ਸੀਗੀ, ਤੇ ਉਹਨਾਂ ਨੂੰ ਪਤਾ ਨਹੀਂ ਲੱਗਿਆ, ਸ਼ਾਇਦ ਓਵਰਟੇਕ ਜਾਂ ਕੁਛ ਏਦਾਂ ਹੋਇਆ ਹੋਣਾ। ਉਹ ਨਹਿਰ ਦੇ ਕੰਢੇ ਗਿਰੀ ਉਹ ਮਤਲਬ ਉਹਨਾਂ ਦਾ ਪਤਾ ਨਹੀਂ ਹੱਥ, ਪਤਾ ਨਹੀਂ ਕੁਛ ਏਦਾਂ ਹੋਰਨ ਤੇ ਟਿਕਿਆ ਰਿਹਾ। ਤੇ ਮੈਂ ਕਿਹਾ ਵੀ ਆਵਾਜ਼ ਕਾਹਦੀ ਆ ਰਹੀ ਆ, ਤਾਂ ਉਸ ਟਾਈਮ ਦੇਖਿਆ ਗੱਡੀ ਗਿਰੀ ਵੀ, ਤੇ ਫਿਰ ਮੈਂ ਟਰੈਕਟਰ ਲੈ ਕੇ ਗਈ ਤੇ ਟੋਚਨ ਨਾਲ ਫਿਰ ਉਹਦੀ ਗੱਡੀ ਸਿੱਧੀ ਕਰੀ। ਪਹਿਲਾਂ ਤਾਂ ਲੋਕ ਕੋਈ ਵੀ ਰੁਕ ਨਹੀਂ ਸੀ ਰਿਹਾ, ਸਭ ਦੇ ਕੇ ਅਗਲਾ ਲੱਗੀ ਜਾਂਦਾ ਸੀ ਵੀ ਸਾਡੇ ਗੱਲ ਨਾ ਪੈ ਜਾਵੇ। ਫਿਰ ਮੈਂ ਗੱਬੇ ਨਾ ਸੜਕ ਤੇ ਛੋਟੇ ਲੋਡ ਦਾ ਕਰਕੇ ਟਰੈਕਟਰ ਲਾਤਾ, ਫਿਰ ਦੋ ਹੀ ਪਾਸੇ ਤੋਂ ਸੜਕਾਂ ਜਾਮ ਕਰਤੀਆਂ, ਫਿਰ ਲੱਗੇ ਰੁਕਣ। ਫਿਰ ਮੈਂ ਕਿਹਾ ਹੁਣ ਤਾਂ ਤੁਸੀਂ ਰੁਕੋਗੇ ਹੀ। ਫਿਰ ਉਸ ਟਾਈਮ ਡਾਕਟਰ ਕੱਢੇ ਸੀਗੇ ਨਹਿਰ ਚੋਂ। ਹਾਂਜੀ। ਅੱਛਾ, ਹੁਣ ਕਿਹੜੀ ਫਸਲ ਹੈ ਜਿਹੜੀ ਤੁਸੀਂ ਝੋਨਾ ਲਾਇਆ? ਕਿਹੜਾ ਝੋਨਾ ਤੁਹਾਡੇ ਆਪਦੇ ਹੱਥੀਂ ਲੱਗਿਆ ਹੋਇਆ, ਆਪਦੇ ਹੱਥੀਂ ਵਾਹਣ ਤਿਆਰ ਹੋਇਆ? ਹਾਂਜੀ, ਇੱਧਰ ਉਹ ਸਾਹਮਣੇ ਵਾਲਾ? ਹਾਂਜੀ, ਇੱਕ ਤਾਂ ਆ ਕਿੱਲਾ, ਬਾਕੀ ਉਧਰ ਉਹ ਨਿਆਈਆਂ ਵਾਲੇ ਖੇਤ ਵੱਧਦੇ ਹੀ ਸਾਡੇ। ਅੱਛਾ। ਇੱਧਰ ਤੁਹਾਡਾ ਝੋਨਾ ਦਿਖਾਓ ਪਹਿਲਾਂ। ਚਲੋ। ਹਰਮਨ 22 ਸਾਲ ਦੀ ਉਮਰ ਹੈ, 12 ਹਰਮਨ ਪੜ੍ਹੀ ਹੋਈ ਹੈ, ਬਾਹਰ ਜਾਣ ਦਾ ਕੋਈ ਇਰਾਦਾ ਨਹੀਂ। ਬਾਹਰ ਮਾਂ-ਬਾਪ ਨੇ ਜ਼ਰੂਰ ਪੇਪਰ ਪੂਪਰ ਲਾਏ ਹੋਏ ਆ, ਚਾਹੁੰਦੇ ਆ ਵੀ ਹਰਮਨ ਬਾਹਰ ਚਲੀ ਜਾਵੇ, ਪਰ ਹਰਮਨ ਕਹਿੰਦੀ ਮੈਂ ਖੇਤੀ ਕਰਨੀ ਹੈ। 12 ਕਿੱਲਿਆਂ ਦੀ ਖੇਤੀ ਇਹ ਇਕੱਲੀ ਕੁੜੀ ਸਾਂਭਦੀ ਹੈ, ਔਰ ਇਹ ਬਹੁਤ ਥੋੜ੍ਹੀਆਂ ਕੁੜੀਆਂ ਨੇ, ਜਾਂ ਨੌਜਵਾਨ ਵੀ ਬਹੁਤ ਥੋੜ੍ਹੇ ਆ ਇਹੋ ਜਿਹੇ ਜਿਹੜੇ, ਕਿਉਂਕਿ ਜਦੋਂ ਸਭ ਨੂੰ ਐ ਰੇਸ ਲੱਗੀ ਹੋਈ ਹੈ ਕਿ ਬਾਹਰ ਹੀ ਜਾਣਾ ਹੈ, ਤੇ ਉਦੋਂ ਜਦੋਂ ਇੱਕ ਕੁੜੀ ਇਹ ਕਹਿ ਦੇ ਕਿ ਮੈਂ ਬਾਹਰ ਨਹੀਂ ਜਾਣਾ, ਮੈਂ ਖੇਤੀ ਕਰਨੀ ਹੈ, ਇਹ ਆਪਣੇ ਆਪ 'ਚ ਵੱਡੀ ਗੱਲ ਹੈ। ਇਹ ਆਪਣੇ ਆਪ 'ਚ ਵੱਡੀ ਖਬਰ ਤਾਂ ਹੈਗੀ ਆ, ਵੱਡੀ ਗੱਲ ਹੈ ਇਹ। ਸੋ ਅੱਜ ਹਰਮਨ ਦੇ ਖੇਤਾਂ 'ਚ ਆ ਸੀ, ਅਤੇ ਇਹ ਉਹ ਕੁੜੀ ਹੈ ਜਿਹੜੀ ਰਾਤ ਨੂੰ ਪਾਣੀ ਵੀ ਲਾਉਂਦੀ ਹੈ ਆਪਣੇ ਖੇਤਾਂ 'ਚ। ਹੁਣ ਜਿਵੇਂ ਕਹਿ ਰਹੀ ਹੈ ਕਿ ਅੱਜ 7 ਵਜੇ ਲਾਈਟ ਆਉਣੀ ਆ, ਪਾਵਰ ਕੱਟ ਤੋਂ ਲੋਕ ਪਹਿਲਾਂ ਹੀ ਪਰੇਸ਼ਾਨ ਹੈ, ਅਤੇ 7 ਵਜੇ ਲਾਈਟ ਆਉਣੀ ਹੈ ਤਾਂ ਫਿਰ ਰਾਤ ਨੂੰ ਲਾਉਣੀ ਪੈਣੀ। ਅੱਛਾ, ਪਾਵਰ ਕੱਟ ਦਾ ਪਰੇਸ਼ਾਨੀ ਤੁਹਾਨੂੰ ਵੀ ਹੋ ਰਹੀ ਹੈ? ਹਾਂਜੀ, ਪਹਿਲਾਂ ਇਹਨਾਂ ਨੇ 6 ਘੰਟੇ ਕਰਤੀ ਸੀਗੀ, ਹੁਣ ਕਈ ਵਾਰੀ 8 ਘੰਟਿਆਂ ਦੀ, ਕਈ ਵਾਰੀ 10 ਘੰਟੇ ਵੀ ਛੱਡ ਦਿੰਦੇ ਆ ਜੀ। ਅੱਛਾ। ਹਾਂਜੀ। ਤੇ ਉਹਦੇ ਬਾਅਦ ਹੁਣ ਥੋੜਾ ਸਹੀ ਆ। ਫਿਰ ਮਤਲਬ ਇਹ ਇੱਕ ਪਰੇਸ਼ਾਨੀ ਇਹ ਵੀ ਹੋ ਗਈ ਵੀ ਪਹਿਲਾਂ ਦਿਨੇ ਲਾਈਟ ਆ ਜਾਂਦੀ ਸੀ, ਅੱਜ ਕੱਲ੍ਹ ਰਾਤ ਨੂੰ?
ਹਾਂਜੀ ਦਿਨੇ ਵੀ ਅੱਗੇ ਵੀ ਮਤਲਬ 4-4 ਦਿਨ ਹੁੰਦੇ ਸੀਗੇ, ਜਿਵੇਂ 4 ਦਿਨ ਦਿੰਦੇ ਹੋ ਗਏ, ਜਿਵੇਂ ਮਤਲਬ ਹੁਣ ਲਾ ਲਓ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ, ਹੁਣ 2-2 ਦਿਨ ਦੀ ਕਰਤੀ ਹੈ ਨਾ ਇਹ ਵਾਰੀ। ਅੱਛਾ ਹਾਂਜੀ। ਅੱਛਾ, ਆ ਝੋਨਾ ਤੁਹਾਡੇ ਆਪਦੇ ਹੱਥੀਂ ਬਾਣ ਤਿਆਰ ਹੋਇਆ ਔਰ ਲੱਗਿਆ, ਹਾਂਜੀ। ਕਿਹੜਾ ਹੈ ਇਹ 28 ਬੀਜ ਹੈ ਜੀ। 28 ਨੰਬਰ। ਹਾਂਜੀ। ਅੱਛਾ, ਕਿੰਨਾ ਕੁ ਨਿਕਲ ਆਉਂਦਾ ਇਹ ਹਰਮਨ? ਇਹ 28 ਜੀ ਇਸ ਵਾਰ ਪਹਿਲੀ ਵਾਰ ਲਾਇਆ, ਇੱਕ 28 ਔਰ 29 ਇਹ ਸੇਮ ਹੀ ਬੀਜ ਹੁੰਨੇ ਆ ਜੀ। ਹਾਂ, ਇੱਕੇ ਬੀਜ ਆ ਇਹ। ਹਾਂ ਹਾਂ। ਇਸ ਵਾਰ ਪਹਿਲੀ ਵਾਰ ਲਾਇਆ, ਹੁਣ ਦੇਖਦੇ ਹਾਂ ਇਹਦਾ ਕਿੰਨਾ ਕੁ ਝਾੜ ਹੁੰਦਾ ਜੀ। ਅੱਛਾ, ਹਾਂਜੀ। ਪਿਛਲੇ ਸਾਲਾਂ 'ਚ ਕਿਵੇਂ ਨਿਕਲਦਾ ਰਿਹਾ ਝੋਨਾ? ਪਿਛਲੇ ਸਾਲਾਂ 'ਚ ਵੀ ਵਧੀਆ ਸੀਗਾ ਜੀ, ਜਿਵੇਂ ਇਹਦਾ ਸੀਗਾ, ਇਹਦੀ ਪੀਲੀ ਊਸ਼ਾ ਦਾ ਵੀ ਕਹਿ ਰਹੇ ਇਸ ਵਾਰ ਵਧੀਆ ਜੀ। ਕਈਆਂ ਦੀ ਪਿਛਲੀ ਵਾਰ ਇਹ 32 34 ਕੁਇੰਟਲ ਨਿਕਲੇ ਜੀ ਕਿੱਲੇ ਦਾ। ਇਸ ਵਾਰ ਦੇਖਦੇ ਹਾਂ ਹੁਣ ਕਿੰਨਾ ਨਿਕਲਦਾ ਜੀ। ਹਾਂਜੀ। ਤੇ ਪਸ਼ੂ ਕਿੰਨੇ ਰੱਖੇ ਹੋਏ ਘਰੇ? ਦੁੱਧ ਆਪਣਾ? ਹਾਂਜੀ ਆਪਣਾ ਹੀ ਹੁੰਦਾ, ਘਰ ਦਾ ਡੈਰੀ ਨਹੀਂ ਪਾਉਂਦੇ ਹੈਗੇ, ਘਰ ਦਾ ਹੀ ਹੁੰਦਾ ਜੀ ਬਸ। ਅੱਛਾ, ਹਾਂਜੀ। ਕਿੰਨੇ ਪਸ਼ੂ ਰੱਖੇ ਹੋਏ? ਇੱਕੇ ਮੱਝ ਹੈ ਜੀ। ਅੱਛਾ। ਹਾਂਜੀ। ਤੇ ਉਹਦੇ ਲਈ ਹਰਾ ਚਾਰਾ ਫਿਰ ਇੱਥੇ ਬੀਜਦੇ? ਹਾਂਜੀ, ਉਹ ਬਾੜੇ ਆ, ਇਹ ਬਾੜੇ ਦੇ ਪਿੱਛੇ ਹੀ ਬੀਜ ਜਾਂਦੇ ਨਿਆਈਆਂ ਵਾਲੇ ਖੇਤ ਕੋਲ ਜੀ। ਅੱਛਾ। ਹਾਂਜੀ। ਤੇ ਆ ਪਨੀਰੀ ਵੀ ਆਪ ਹੀ ਤਿਆਰ ਕੀਤੀ ਹੋਈ ਹੈ? ਹਾਂਜੀ ਆਪੇ ਕੀਤੀ, ਦਵਾਈ ਵੀ ਪਾਈ ਸੀਗੀ, ਕੱਖ ਹੋ ਗਈ ਜ਼ਿਆਦਾ ਇਹਦੇ ਵਿੱਚ। ਹਾਂ, ਮਰਿਆ ਹੀ ਨਹੀਂ ਹੈਗਾ। ਹਾਂਜੀ। ਇੱਕ ਪਾਈਪਲਾਈਨ ਵਿੱਚ ਝੁਲਦੇ ਰਹੇ, ਇਸ ਵਾਰ ਪਾਈਪਲਾਈਨ ਕਰਾਈ ਸੀਗੀ। ਅੱਛਾ। ਉਹਦੇ ਕਰਕੇ ਇੰਨੀ ਕੇਅਰ ਨਹੀਂ ਹੋਈ ਹੈਗੀ ਇਹਦੀ ਪਨੀਰੀ ਦੀ। ਅੱਛਾ। ਹਾਂਜੀ। ਪਾਈਪਲਾਈਨ ਅੰਡਰਗਰਾਉਂਡ ਪਾਈ ਹੈ? ਹਾਂਜੀ। ਪੱਥਰ ਦੀ? ਨਹੀਂ ਪਲਾਸਟਿਕ ਦੀ ਪਾਈ ਹੈ ਪਲਾਸਟਿਕ ਵਾਲੀ? ਹਾਂਜੀ। ਅੱਛਾ। ਇਹ ਆ ਜਿਹੜਾ ਮੋਗਾ ਹੈ ਇਹ ਤੁਹਾਡੀ ਪਾਈਪਲਾਈਨ ਦਾ? ਹਾਂਜੀ ਹਾਂਜੀ, ਇਹੀ ਨਿਆਈਆਂ ਵਾਲੇ ਖੇਤ ਦਾ ਹੀ ਇਹ। ਅੱਛਾ, ਤੇ ਇਹਦੀ ਮੋਟਰ ਕਿੱਥੋਂ ਆਉਂਦੀ ਹੈ? ਉਹ ਬਾੜੇ ਵਿੱਚ ਤੋਂ ਆਉਂਦੀ ਹੈ, ਉਹ ਗੇਟ ਆਈ ਖੁੱਲਾ ਜਿਹੜਾ। ਅੱਛਾ। ਹਾਂਜੀ। ਉੱਥੇ ਮੋਟਰ ਲੱਗੀ ਹੋਈ ਹੈ ਘਰੇ? ਹਾਂਜੀ ਅੰਦਰ। ਠੀਕ ਹੈ। ਹਾਂਜੀ। ਤੇ ਆ ਸਾਰੀ ਪਾਈਪਲਾਈਨ ਫਿਰ ਇਧਰੋਂ ਸਿੱਧੀ ਆ ਰਹੀ ਹੈ? ਹਾਂਜੀ ਐ ਆ ਰਹੀ ਹੈ ਜੀ ਆਹ। ਅੱਛਾ। ਹਾਂਜੀ। ਤੇ ਕਿੱਥੋਂ ਤੱਕ ਜਾਂਦੀ ਹੈ ਇਹ ਇੱਥੇ ਤੱਕ ਆਈ, ਫਿਰ ਆ ਮੋਟਰ ਦੀ, ਇਹ ਮੋਟਰ ਦੀ ਉੱਥੇ ਤੱਕ ਆਈ, ਫਿਰ ਇਹ ਮੋਟਰ ਦੀ ਉਧਰ 2 ਕਿੱਲਿਆਂ ਨੂੰ ਜਾਂਦੀ ਹੈ ਜੀ। ਅੱਛਾ, ਆ ਮੋਟਰ ਵੀ ਤੁਹਾਡੀ ਹੈ? ਹਾਂਜੀ ਇਹ ਵੀ ਸਾਡੀ ਹੈ ਜੀ। ਅੱਛਾ। ਹਾਂਜੀ। ਇੱਥੇ ਵੀ ਅੰਬ ਤੁਸੀਂ ਚੰਗੇ ਲਾਏ ਹੋਏ ਆ? ਹਾਂਜੀ। ਅੱਛਾ, ਫਸਲ ਦੇ ਵਿੱਚ ਇੱਕ ਹੋਰ ਵੀ ਹੈ, ਮਿਹਨਤ ਦੇ ਨਾਲ ਨਾਲ ਤਕਨੀਕੀ ਜਾਣਕਾਰੀ ਵੀ, ਕਿਹੜੀ ਰੇਹ ਪਾਉਣੀ ਹੈ, ਕਿੰਨੀ ਪਾਉਣੀ ਹੈ, ਹੈ ਨਾ, ਐਤਕੀ ਜ਼ਮੀਨ ਨੂੰ ਕਿਹੜੀ ਚੀਜ਼ ਦੀ ਲੋੜ ਹੈ, ਸਪਰੇਅ ਕਿਵੇਂ ਦੀ ਕਰਨੀ ਹੈ, ਫਿਰ ਇਹ ਫਾਦਰ ਸਾਹਿਬ ਲਿਆ ਕੇ ਦਿੰਦੇ ਆ ਜਾਂ ਆਪ ਵੀ ਥੋੜੀ ਬਹੁਤ ਜਾਣਕਾਰੀ ਇਕੱਠੀ ਕਰਦੇ ਹੋ? ਨਹੀਂ ਜੀ, ਮੈਂ ਔਰ ਡੈਡੀ ਦੋਨੋਂ ਲੈਣ ਜਾਂਦੇ ਹੁੰਨੇ ਆ ਜੀ। ਜਿਵੇਂ ਹੁਣ ਪਹਿਲਾ ਰੇਹ ਪਾਤਾ, ਹੁਣ ਦੂਆ ਰੇਹ ਪਾਉਣਾ ਜੀ, ਤਾਂ ਮੈਂ ਡੈਡੀ ਨੇ ਜਿਵੇਂ ਸਵੇਰੇ ਸ਼ਾਮ ਕਰਕੇ 2-2 4-4 ਥੱਲੇ ਪਾ ਦੇਣੇ ਜੀ। ਅੱਛਾ। ਹਾਂਜੀ ਆਪੇ ਪਾ ਦੇਣੇ, ਜਿਵੇਂ ਸਪਰੇਅ ਕਰਨੀ ਹੁੰਦੀ ਹੈ ਜੀ। ਅੱਛਾ। ਜਿਵੇਂ ਹੁਣ ਆਪਾਂ ਆਹ ਕਰ ਦਨੇ ਹੁੰਨੇ ਖੱਬਲ ਤੇ ਸਪਰੇਅ ਕਰ ਦਨੇ ਹੁੰਨੇ ਆ, ਇਹ ਵੀ ਆਪੇ ਕਰ ਦੀਦੀ ਹੈ ਜੀ। ਜਿਵੇਂ ਰੇਹ ਪਾਣੀ ਹੋ ਗਿਆ ਆਪੇ ਕਰ ਦੀਦਾ ਜੀ। ਅੱਛਾ। ਹਾਂਜੀ। ਠੀਕ ਹੈ। ਅੱਛਾ, ਤੁਸੀਂ ਇੱਕ ਆ ਜਿਹੜਾ ਬੁਲਟ ਰੱਖਿਆ ਹੋਇਆ ਹੈ, ਇਹ ਤੁਸੀਂ ਆਪਣੇ ਲਈ ਰੱਖਿਆ ਹੋਇਆ? ਹਾਂਜੀ ਡੈਡੀ ਨਾਲ, ਜਿਵੇਂ ਕਈ ਵਾਰ ਡੈਡੀ ਵੀ ਲੈ ਜਾਂਦੇ ਆ ਤੇ ਮੈਨੂੰ ਵੀ ਸ਼ੌਂਕ ਹੈਗਾ ਬੁਲਟ ਚਲਾਉਣ ਦਾ ਹੀ। ਅੱਛਾ। ਹਾਂਜੀ। ਅੱਛਾ, ਤੇ ਫਿਰ ਜਦੋਂ ਸ਼ਹਿਰ ਸ਼ੂਰ ਜਾਂਦੇ ਹੋ ਤੁਸੀਂ ਇਸੇ ਬੁਲਟ ਤੇ ਹੀ ਜਾਂਦੇ ਹੋ? ਹਾਂਜੀ ਬੁਲਟ ਤੇ ਹੀ ਜਾਈਦਾ, ਕਈ ਵਾਰ ਗੱਡੀ 'ਚ ਵੀ ਚੱਲ ਜੀਦਾ ਜੀ। ਅੱਛਾ, ਤੇ ਇਹ ਬੁਲਟ ਦਾ ਸ਼ੌਕ ਕਿਵੇਂ ਪਿਆ ਫਿਰ? ਇੱਕ ਤਾਂ ਹੈਵੀ ਬਹੁਤ ਹੁੰਦਾ, ਹੈਂਡਲ ਕਰਨਾ, ਚੱਕਣਾ, ਧਰਨਾ, ਇਹਨੂੰ ਬੜਾ ਔਖਾ ਹੈ। ਔਖਾ ਨਹੀਂ ਲੱਗਦਾ ਇਹਨੂੰ, ਮਤਲਬ ਸਟੈਂਡ ਤੇ ਲਾਉਣਾ, ਸਟੈਂਡ ਤੋਂ ਲਾਉਣਾ? ਨਹੀਂ ਜੀ, ਪਹਿਲਾਂ ਸਟਾਰਟਿੰਗ 'ਚ ਲੱਗਦਾ ਹੁੰਦਾ ਸੀਗਾ। ਅੱਛਾ। ਪਹਿਲਾਂ ਭਾਰੀ ਲੱਗਦਾ ਹੁੰਦਾ ਸੀਗਾ ਵੀ ਭਾਰੀ ਹੈ ਕਿਤੇ ਗਿਰ ਨਾ ਜਾਵੇ, ਪਰ ਮੈਂ ਸਟੈਂਡ ਨਹੀਂ ਸੀ ਚੱਕਦੀ ਹੁੰਦੀ ਪਹਿਲਾਂ। ਮੈਂ ਕਿਹਾ ਜੇ ਗਿਰ ਗਿਆ ਮੈਂ ਸਟੈਂਡ ਲਾ ਦੂੰਗੀ ਜਦੇ। ਅੱਛਾ। ਤੇ ਹੁਣ ਤਾਂ ਆਦਤ ਪੈ ਗਈ ਜੀ, ਇੰਨਾ ਭਾਰੀ ਵੀ ਨਹੀਂ ਲੱਗਦਾ, ਮਤਲਬ ਜੇ ਆਦਤ ਪੈ ਜਾਂਦੀ ਹੈ ਫਿਰ ਨਹੀਂ ਭਾਰੀ ਲੱਗਦਾ ਹੈਗਾ ਜੀ। ਕਿਹੜਾ ਮਾਡਲ ਹੈ ਇਹ? ਵੀ ਉਲਟੇ ਪੈਰ ਗੇਅਰਾਂ ਵਾਲਾ? ਹਾਂਜੀ। ਅੱਛਾ, ਮਤਲਬ ਉਹ ਸਾਰੇ ਜਿਹੜੇ ਮੁੰਡਿਆਂ ਵਾਲੇ ਉਹ ਹੈਗੇ, ਉਹ ਸ਼ੌਕ ਹੈ ਹਰਮਨ ਨੂੰ, ਹੈ? ਹਾਂਜੀ। ਚਲੋ, ਤਾਂ ਇਹ ਹਰਮਨ ਦੀ ਕਹਾਣੀ ਹੈ, ਰੋਪੜ ਨੇੜੇ ਪਿੰਡ ਦੀ ਇਹ ਕੁੜੀ ਹੈ। ਅੱਛਾ, ਇੱਕ ਮੈਨੂੰ ਹੋਰ ਗੱਲ ਦੱਸੋ, ਉਹ ਜਿਹੜਾ ਟਰੈਕਟਰ ਦੇ ਮੂਹਰੇ ਸਰਪੰਚ ਲਿਖਾਇਆ ਹੋਇਆ, ਉਹਦੇ ਪਿੱਛੇ ਕੀ ਕਾਰਨ? ਸਰਪੰਚ ਜੀ, ਡੈਡੀ ਪਹਿਲਾਂ ਸਰਪੰਚ ਰਹਿ ਚੁੱਕੇ ਆ, ਸਾਬਕਾ ਸਰਪੰਚ। ਅੱਛਾ, ਪਹਿਲਾਂ ਪਿਛਲੇ ਪਲਾਨ 'ਚ ਸਰਪੰਚ ਸੀ? ਹਾਂਜੀ ਸਰਪੰਚ ਸੀਗੇ, ਸਾਬਕਾ ਸਰਪੰਚ। ਅੱਛਾ, ਤਾਂ ਲਿਖਾਇਆ ਬਾਈ। ਅੱਛਾ ਅੱਛਾ। ਫਿਰ ਮਤਲਬ ਇਸੇ ਕਰਕੇ ਪੂਰੀ ਦਹਿਸ਼ਤ ਹਰਮਨ ਨੇ ਰੱਖੀ ਹੋਈ ਹੈ ਸਰਪੰਚ ਦੀ ਕੁੜੀ ਵਾਲੀ? ਹਾਂਜੀ। ਚਲੋ, ਬਹੁਤ ਸ਼ੁਕਰੀਆ ਹਰਮਨ। ਠੀਕ ਹੈ। ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ, ਹੋਰ ਮਿਹਨਤ ਕਰਨ ਦਾ ਬਲ ਬਖਸ਼ੇ। ਸੋ ਇਹ ਹਰਮਨ ਦੀ ਕਹਾਣੀ ਹੈ, ਰੋਪੜ ਨੇੜੇ ਪਿੰਡ ਹੈ। ਹਰਮਨ 22 ਸਾਲ ਦੀ ਕੁੜੀ ਹੈ, ਔਰ ਖਾਸ ਗੱਲ ਇਹ ਹੈ ਕਿ 12 ਪੜ੍ਹਨ ਤੋਂ ਬਾਅਦ ਜਦੋਂ ਮਾਂ-ਬਾਪ ਇਹ ਕੋਸ਼ਿਸ਼ ਕਰ ਰਿਹਾ ਸੀ ਕਿ ਬਾਹਰ ਸੈਟਲ ਕਰਵਾ ਦਈਏ, ਪੇਪਰ ਵੀ ਕਹਿੰਦੇ ਲਾਏ ਹੋਏ ਉਹਦੇ ਫਾਦਰ ਸਾਹਿਬ ਕਹਿੰਦੇ, ਉਦੋਂ ਜਦੋਂ ਕੋਸ਼ਿਸ਼ ਕਰ ਰਿਹਾ ਸੀ ਪਰਿਵਾਰ ਕਿ ਇਹਨੂੰ ਬਾਹਰ ਸੈਟਲ ਕਰੀਏ, ਤਾਂ ਉਦੋਂ ਹਰਮਨ ਨੇ ਫੈਸਲਾ ਕੀਤਾ ਕਿ ਪਿੰਡ ਦੇ ਵਿੱਚ ਹੀ ਰਹਿਣਾ, ਇੱਥੇ ਹੀ ਖੇਤੀ ਕਰਨੀ ਹੈ। ਘਰੇ
ਮੁੰਡਾ ਕੋਈ ਨਹੀਂ ਹੈ, ਭਰਾ ਨਹੀਂ ਹੈ ਕੋਈ ਹਰਮਨ ਦੇ, ਤਾਂ ਸਾਰੀ ਜਿਹੜੀ ਜ਼ਿੰਮੇਵਾਰੀ ਸੀਗੀ ਪਰਿਵਾਰ ਦੀ ਹਰਮਨ ਨੇ ਚੁੱਕੀ। 12 ਕਿੱਲੇ ਜ਼ਮੀਨ ਹੈ ਜਿਹਦੀ ਖੇਤੀਬਾੜੀ ਇਹ ਇਕੱਲੀ ਕੁੜੀ ਕਰਦੀ ਹੈ। ਅੱਛਾ, ਹਰਮਨ ਜਦੋਂ ਤੱਕ ਆ ਵਾਹਣ ਤਿਆਰ ਕਰਦੀ ਹੈ, ਹਰਮਨ ਦਾ ਪਰਿਵਾਰ ਸਾਡੇ ਨਾਲ ਮੌਜੂਦ ਆ, ਉਹਨਾਂ ਦੇ ਨਾਲ ਥੋੜੀ ਜਿਹੀ ਗੱਲਬਾਤ ਕਰ ਲਈਏ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਨਾਂ ਹੈ ਤੁਹਾਡਾ? ਰਜਿੰਦਰ ਸਿੰਘ। ਤੁਹਾਡਾ ਕੀ ਨਾਂ ਹੈ ਜੀ? ਲਖਵੀਰ ਸਿੰਘ ਹੈ ਜੀ ਮੇਰਾ ਨਾਮ। ਅੱਛਾ, ਕਿਵੇਂ ਮਤਲਬ ਹਰਮਨ ਖੇਤ 'ਚ ਆਉਂਦੀ ਹੈ, ਕੰਮ ਕਰਦੀ ਹੈ, ਤੁਹਾਨੂੰ ਕਿਵੇਂ ਦਾ ਲੱਗਦਾ? ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਜੀ ਜਦ ਕੰਮ ਹੁੰਦੇ ਜੀ। ਫਿਰ ਜਦ ਕਦੇ ਵੀ ਜਦ ਮੇਰੇ ਕੋਲ ਕੰਮ ਕਰਦੀ ਆ ਇੱਥੇ ਨਹੀਂ, ਮੈਨੂੰ ਕਦੇ ਮੁੰਡਾ ਦਾ ਉਹ ਨਹੀਂ ਹੋਇਆ ਵੀ ਮੇਰੇ ਕੋਲ ਮੁੰਡਾ ਨਹੀਂ, ਮੈਨੂੰ ਮੁੰਡੇ ਦੇ ਵੀ ਵੱਧ ਆਈਏ। ਜਾਂ ਮੇਰੇ ਕੋਲ ਕੰਮ ਕਰਾਉਂਦੀ ਆ ਕੋਈ ਭਈਆ ਜੋ ਰੱਖਦਾ, ਮੈਂ ਉਹਦੇ ਨਾਲੋਂ ਜ਼ਿਆਦਾ ਕੰਮ ਕਰਦੀ ਆ। ਉਹ ਅਜੇ ਦੇਖਣੀ ਪਊਗਾ ਜੀ ਵੀ ਉਹ ਕਰਦਾ ਕਿ ਨਹੀਂ ਕਰਦਾ। ਇਹਨੇ 2-3 ਤਾਂ ਭਈਏ ਹੀ ਭਜਾ ਲਏ ਜੀ ਮੇਰੇ ਕੋਲ ਤੇ। ਅੱਛਾ, ਹਾਂ ਜੀ। ਕਿਉਂ? ਉਹ ਕੰਮ ਨਹੀਂ ਕਰਦੇ ਜੀ। ਅੱਛਾ, ਉਹਨਾਂ ਨੂੰ ਬਈ ਖਿੱਚਣ ਲੱਗ ਜਾਂਦੀ ਆ ਵੀ ਮੈਂ ਇੰਨੀ ਵੱਟ ਲਾਤੀ ਥੋਤੇ ਇੰਨੀ ਕੁ ਨਹੀਂ ਲੱਗੀ। ਅੱਛਾ, ਹੁਣ ਤਾਂ ਨਹੀਂ ਬੰਦਾ ਮਿਲਦਾ ਜੀ, ਫਿਰ ਇਹ ਪੈ ਜਾਂਦੀ ਆ ਭਈਏ ਪਰ ਨੂੰ ਵੀ ਤੁਸੀਂ ਦਿਹਾੜੀ ਪਰੇ ਮੁੱਖ ਰੱਖਿਆ ਵੀ ਕੰਮ ਨਹੀਂ ਸਾਨੂੰ ਕਰਕੇ ਦਿੰਦੇ। ਅੱਛਾ, ਬਈ ਇੱਥੇ ਫਿਰ ਹੋਰ ਮਾਣ ਮਹਿਸੂਸ ਹੁੰਦਾ ਵੀ ਹਾਂ ਜੀ ਵੀ ਕੰਮ ਕਰਨਾ ਹੈ, ਵੀ ਇਹਨੂੰ ਸ਼ੌਂਕ ਆ ਜੀ ਕੰਮ ਕਰਨ ਦਾ। ਖੇਤੀ ਨਾਲ ਬਹੁਤ ਪਿਆਰ ਪਿਆਰ ਹੈ ਜੀ ਖੇਤੀ ਗੱਲ। ਅੱਛਾ, ਪਿੰਡਾਂ ਦੇ ਵਿੱਚ ਜਿਵੇਂ ਬਾਈ ਜੀ ਮਾਹੌਲ ਹੁੰਦਾ ਹੈ ਵੀ ਕੁੜੀਆਂ ਤਾਂ ਘਰੇ ਹੀ ਰਹਿਣੀਆਂ ਚਾਹੀਦੀਆਂ, ਔਰ ਖਾਸ ਕਰਕੇ ਖੇਤੀਬਾੜੀ ਵਾਲੇ ਕੰਮ 'ਚ ਤਾਂ ਕੁੜੀਆਂ ਨੂੰ ਆਉਣਾ ਹੀ ਨਹੀਂ ਚਾਹੀਦਾ, ਹੈ ਨਾ। ਰਾਤ ਨੂੰ ਕੌਣ ਪਾਣੀ ਲਾਉਣ ਜਾਊਗਾ, ਕੌਣ ਵੱਟਾਂ ਘੜਦਾ ਫਿਰੂਗਾ ਦੁਪਹਿਰੀਆਂ 'ਚ। ਤੇ ਕਿਵੇਂ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੀ ਕੁੜੀ ਜਦੋਂ ਆਹ ਸਾਰਾ ਕੁਝ ਕਰ ਰਹੀ ਹੈ, ਪਿੰਡ ਦਾ ਕੀ ਵਿਚਾਰ ਹੈ ਇਹਨੂੰ ਲੈ ਕੇ? ਅਸਲ 'ਚ ਭਾਜੀ ਜਦੋਂ ਅਸੀਂ ਦੇਖਦੇ ਹਾਂ ਹਰਮਨ ਨੂੰ ਕੰਮ ਕਰਦੇ ਹਾਂ ਤਾਂ ਸਾਨੂੰ ਬੜਾ ਫਖਰ ਹੁੰਦਾ। ਸਾਡੇ ਪਿੰਡ ਵਾਲੇ ਵੀ ਇਹ ਨਹੀਂ ਵੀ ਇਕੱਲਾ ਮੈਂ ਹੂੰ ਕਹਿੰਦਾ, ਸਾਡੇ ਪਿੰਡ ਦੇ ਸਾਰੇ ਮਤਲਬ ਇੱਜ਼ਤ ਕਰਦੇ ਆ। ਹਰਮਨ ਆ ਗਈ, ਹਰਮਨ ਚਲੇ ਗਈ, ਟਰੈਕਟਰ ਲੈ ਕੇ ਆ ਗਈ, ਟਰੈਕਟਰ ਖੜਾਇਆ, ਮੋਟਰਸਾਈਕਲ ਲੈ ਕੇ ਚਲੇ ਗਈ, ਕਈ ਵਾਰ ਭਈਆਂ ਦੀ ਰੋਟੀ ਪਾਣੀ ਲੈ ਕੇ ਚਲੇ ਗਈ। ਕਈ ਵਾਰ ਅਸੀਂ ਦੁਪਹਿਰ ਨੂੰ ਵੀ ਦੇਖੀਦਾ ਵੀ ਯਾਰ ਸਾਰੇ ਇੰਨੀ ਧੁੱਪਾਂ ਵਰਸਦੀ ਆ, ਇਹ ਬਾਜੀ ਘੁੰਮਦੀ ਫਿਰੀ ਜਾਂਦੀ ਆ। ਪਰ ਯਾਰ ਫਿਰ ਅਸੀਂ ਕਈ ਵਾਰ ਦੇਖੀਦਾ ਵੀ ਕਿੱਧਰ ਨੂੰ ਫਿਰ ਇੱਥੇ ਭਈਆਂ ਦੀ ਮੱਤ ਮਾਰ ਦਿੰਦੀ ਹੈ ਇਹ ਕਰਾ ਕੇ। ਅਸੀਂ ਬੜਾ ਮੈਂ ਜਿਹੜੇ ਮਾਣ ਮਹਿਸੂਸ ਕਰਦੇ ਹਾਂ। ਤੇ ਇਹਦੇ ਫਾਦਰ ਸਾਹਿਬ ਨੂੰ ਤਾਂ ਜਿਹੜਾ ਹੈਗਾ ਸਾਨੂੰ ਇਸ ਤੋਂ ਵੀ ਜ਼ਿਆਦਾ, ਕਿਉਂਕਿ ਸਾਡੇ ਪਿੰਡ ਦੀ ਕੁੜੀ ਇੰਨਾ ਕੰਮਕਾਰ ਕਰਦੀ ਆ। ਅਸੀਂ ਤਾਂ ਕਹਿੰਦੇ ਵੀ ਸਾਡੇ ਇਲਾਕੇ ਦੀਆਂ ਕੁੜੀਆਂ ਵੀ, ਮੈਂ ਤਾਂ ਹੋਰ ਨੂੰ ਵੀ ਕਹਿੰਦਾ ਸਾਰੀਆਂ ਪਿੰਡ ਦੀਆਂ ਕੁੜੀਆਂ ਨੂੰ ਜਾਂ ਪੰਜਾਬ ਦੀਆਂ, ਪੰਜਾਬੋਂ ਬਾਹਰ ਕੁੜੀਆਂ ਜਿਹੜੀਆਂ ਬਾਹਰ ਨੂੰ ਜਾਂਦੀਆਂ, ਮੈਂ ਸਾਰਿਆਂ ਨੂੰ ਇੱਕੋ ਚੀਜ਼ ਕਹਿੰਦਾ ਵੀ ਅਗਰ ਦੇ ਤੁਸੀਂ ਹਰਮਨ ਵਾਂਗੂ ਮਿਹਨਤ ਕਰੋ ਤਾਂ ਤੁਹਾਨੂੰ ਲੇਬਰ ਰੱਖਣ ਦੀ ਇੰਨੀ ਕੋਈ ਜ਼ਰੂਰਤ ਨਹੀਂ ਪਊਗੀ, ਕਿਉਂਕਿ ਇੱਕ ਲੇਬਰ ਦੀ ਘੱਟੋ ਘੱਟ 500-600 ਰੁਪਏ ਦਿਹਾੜੀ ਆ। ਬਿਲਕੁਲ ਠੀਕ ਆ ਜੀ। ਜੇ ਤੁਸੀਂ 1 ਮਹੀਨਾ ਰੱਖ ਲਿਆ ਕੰਮ 20-21 ਹਜ਼ਾਰ ਰੁਪਏ ਚਲੇ ਗਿਆ। ਉਹ ਜਦੋਂ ਹਰਮਨ ਵਰਗੀਆਂ ਕੁੜੀਆਂ ਆਪਣੇ ਪਿਓ ਗੱਲ ਕੰਧਾ ਲਾ ਕੇ ਕੰਮ ਕਰਦੀਆਂ, ਉਹ 20-21 ਹਜ਼ਾਰ ਮੈਂਸ ਦੀ ਜਗ੍ਹਾ ਪਲੱਸ ਹੁੰਦਾ। ਇਹਦੇ ਕਰਕੇ ਮਾਣ ਤਾਂ ਫਿਰ ਦੇਖੋ ਜੀ, ਮਾਂ-ਬਾਪ ਨੂੰ ਕਿ ਛੱਡ ਸਾਨੂੰ ਵੀ ਬਹੁਤ ਇਹ ਚੀਜ਼ ਦਾ ਹੁੰਦਾ ਹੈ। ਸੋ ਇਹ ਪਿੰਡ ਦਾ ਵੀ ਮਾਣ ਹੈ ਹਰਮਨ, ਮਾਂ-ਬਾਪ ਦਾ ਮਾਣ ਤਾਂ ਹੈ ਹੀ, ਜਿਵੇਂ ਬਾਈ ਜੀ ਹੋਰਾਂ ਨੇ ਆਖਿਆ, ਪਿੰਡ ਦਾ ਵੀ ਮਾਣ ਹੈ। ਔਰ ਜਦੋਂ ਸਾਡਾ ਨੌਜਵਾਨ ਹੈ, ਇਹ ਅਕਸਰ ਐਕਸਕਿਊਜ਼ ਹੈ ਜਾਂ ਉਹਨਾਂ ਦਾ ਦੁੱਖ ਵੀ ਹੈ, ਐਕਸਕਿਊਜ਼ ਵਾਲੀ ਗੱਲ ਵੀ ਨਹੀਂ ਹੈ। ਉਹ ਕਹਿੰਦੇ ਅਨਐਮਪਲੋਇਮੈਂਟ ਹੈ, ਬੇਰੁਜ਼ਗਾਰੀ ਬਹੁਤ ਹੈ, ਕੋਈ ਕੰਮ ਕਰਨ ਦੇ ਲਈ ਮੌਕੇ ਨਹੀਂ ਹੈ। ਉਸ ਵਕਤ ਜਦੋਂ ਹਰਮਨ ਵਰਗੀਆਂ ਕੁੜੀਆਂ ਮੁੰਡਿਆਂ ਦੇ ਵਾਂਗੂ, ਮੁੰਡੇ ਕੁੜੀ ਵਾਲਾ ਫਰਕ ਹੀ ਨਹੀਂ ਰਹਿ ਜਾਂਦਾ। ਮਤਲਬ ਇਹ ਸਾਡੇ ਸਮਾਜ ਦੀ ਬਣਾਈ ਹੋਈ ਧਾਰਨਾ ਹੈ, ਪਰ ਇਹ ਤੋੜਨੀ ਵੀ ਬਹੁਤ ਜ਼ਰੂਰੀ ਹੈ। ਇਹਨੂੰ ਵਾਰ-ਵਾਰ ਇਹਦੇ 'ਤੇ ਗੱਲ ਕਰਨੀ ਔਰ ਇਹਨੂੰ ਤੋੜਨਾ ਬਹੁਤ ਜ਼ਰੂਰੀ ਹੈ ਕਿ ਮੁੰਡੇ ਹੀ ਕੰਮ ਕਰ ਸਕਦੇ ਆ। ਆ ਤੁਹਾਡੇ ਸਾਹਮਣੇ ਹੈ, ਹਰਮਨ ਵਰਗੀਆਂ ਕੁੜੀਆਂ ਜੇ ਪੰਜਾਬ ਦੇ ਵਿੱਚ ਹੈਗੀਆਂ ਤਾਂ ਫਿਰ ਕੌਣ ਕਹਿੰਦਾ ਹੈ ਕਿ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ ਕੰਮ ਨਹੀਂ ਕਰਦਾ, ਜਾਂ ਉਹ ਬਾਹਰ ਭੱਜਣ ਨੂੰ ਸੋਚ ਰਿਹਾ ਹੈ, ਜਾਂ ਇੱਥੇ ਕੰਮ ਹੀ ਨਹੀਂ ਕਰਨਾ ਚਾਹੁੰਦਾ। ਮਾਂ-ਬਾਪ ਨੇ ਬੇਸ਼ੱਕ ਹਰਮਨ ਦੇ ਵੀ ਪੇਪਰ ਲਾਏ ਹੋਣ, ਪਰ ਹਰਮਨ ਤੁਹਾਡੇ ਸਾਹਮਣੇ ਤਿੱਖੜ ਦੁਪਹਿਰਾ ਹੈ, ਰੱਜ ਕੇ ਗਰਮੀ ਹੈ, 46 ਡਿਗਰੀ ਸੈਲਸੀਅਸ 40 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਇਹਨਾਂ ਦਿਨਾਂ 'ਚ ਟੈਂਪਰੇਚਰ ਹੈ। ਪਰ ਫਿਰ ਵੀ ਇਹ ਕੁੜੀ ਮਤਲਬ ਇਸ ਤਰ੍ਹਾਂ ਦੀ ਪੱਥਰ ਵਰਗੀ ਹੈ ਕਿ ਇਹਦੇ 'ਤੇ ਪੂਰਾ ਪਿੰਡ ਮਾਣ ਕਰਦਾ। ਮਾਂ-ਬਾਪ ਦਾ ਮਾਣ ਤਾਂ ਹੈਗਾ ਹੀ ਹੈਗਾ। ਕੈਮਰਾਮੈਨ ਵੇਦਰਾਮ ਸੈਣੀ ਦੇ ਨਾਲ ਗੁਰਪ੍ਰੀਤ ਸਿੰਘ, ਹਮਦਰਦ TV, ਰੋਪੜ।